सीतो मरजानी वैसे तो तुसी सारे ने देख ही ली है, पर जे दा एक छोटा जिहा जिस्ट देना होए ते एक सटायर है कि कुड़ियां नू पुराने वेले विच किवें चूज करन दा कोई हक नहीं हुंदा सी अपने पार्टनर नू। अरे जोशी साहब आज माहौल काफी बदल गया है, पर ये भी एक सच्चाई सी साडे पंजाब दी या साडी सोसाइटी दी कह लो उस ਨੂੰ बहुत ही खूबसूरत कॉमिकल येट सटायरिकल तरीके दे नाल सीतो मरजानी दे विच दिखाउण दी कोशिश कीती गई है। ते सीतो मरजानी जिहड़ी फिल्म है ਇਹਦੇ ਬਾਰੇ मैं चाहनी हां कि एमडीएम प्रेसिडेंट टीटीसी नेटवर्क मिस्टर रविंद्र नारायण सर वो भी मंच पे आके जरूर 2 लफ्ज कहन, क्योंकि तुम सारे जानना चाहते हो कि सीतो मरजानी की है। एंजॉय तुसी कर रहे हो, पर मैं हम सर ਨੂੰ ਕਹੂੰਗੀ कि सर प्लीज तुसी एक्सप्लेन करो सीतो ਦੇ ਬਾਰੇ। बड़ा आ रहा है 14-15 साल पहला ਜਦੋਂ ਡਾਕਟਰ ਚਰਨਦਾਸ ਸਿੱਧੂ ਦਾ ਲਿਖਿਆ ਨਾਟਕ ਪਿੰਗੜ ਦੀ ਵੋਟੀ ਅਸਾਂ ਮੰਚਿਤ ਕੀਤਾ ਸੀ ਦਿੱਲੀ ਵਿੱਚ, ਤਾਂ ਸਾਨੂੰ ਇਹ ਲੱਗਿਆ ਕਿ ਇਹ ਨਾਟਕ ਇੰਨਾ ਜ਼ਿਆਦਾ ਰੈਲੇਵੈਂਟ ਹੈ। ਜੋ ਇਸ਼ੂ ਇਹਦੇ ਵਿੱਚ ਉਠਾਇਆ ਗਿਆ ਉਹ ਬਹੁਤ ਹੀ ਬੇਸਿਕ ਇਸ਼ੂ ਹੈ। ਅੱਜ ਵੀ ਸਾਡੀ ਦੁਨੀਆ ਇਸੇ ਇਸ਼ੂ ਨਾਲ ਖਾਸ ਕਰ ਪੰਜਾਬ ਜੂਝ ਰਿਹਾ ਹੈ ਕਿ ਬਹੁਤ ਸਾਰੀ ਕੁੜੀਆਂ ਨੂੰ ਉਹਨਾਂ ਦੇ ਮਾਪੇ ਕਰਦੇ ਕਿਸੇ ਉਹਨਾਂ ਸਾਹੂਕਾਰਾਂ ਜਾਂ ਉਹਨਾਂ ਲੋਕਾਂ ਦੇ ਹੱਥ ਵੇਚ ਦਿੰਦੇ ਆ ਜਿਨ੍ਹਾਂ ਤੋਂ ਉਹ ਲੋਨ ਲੈਂਦੇ ਆ ਤੇ ਉਹ ਚੁਕਾ ਨਹੀਂ ਸਕਦੇ। ਬਹੁਤ ਹੀ ਖੁਦਕੁਸ਼ੀਆਂ ਵੀ ਹੋ ਜਾਂਦੀਆਂ ਲੋਨ ਨਾ ਚੁਕਾਉਣ ਕਰਕੇ। ਬਹੁਤ ਹੀ ਧੀਆਂ ਸਾਡੀਆਂ ਵੇਚੀਆਂ ਜਾਂਦੀਆਂ ਇਸ ਤਰ੍ਹਾਂ, ਤੇ ਉਹਨਾਂ ਨੂੰ ਹੱਕ ਨਹੀਂ ਕੋਈ ਹੁੰਦਾ ਕਿ ਆਪਣੀ ਲਾਈਫ ਚੂਜ਼ ਕਰਨ ਦਾ। ਫਿਲਮ ਦਾ ਸੈਂਟਰਲ ਮੈਸੇਜ ਇਹ ਸੀ ਕਿਸੇ ਵੀ ਕੁੜੀ ਨੂੰ ਆਪਣਾ ਪਾਰਟਨਰ ਚੁਣਨ ਦਾ ਹੱਕ ਆਪ ਹੋਣਾ ਚਾਹੀਦਾ, ਉਹ ਕੋਈ ਹੋਵੇ। ਉਹਦੀ ਜ਼ਿੰਦਗੀ ਦੇ ਉੱਤੇ ਕਿਸੇ ਦਾ ਕੋਈ ਹੱਕ ਨਹੀਂ ਹੁੰਦਾ ਉਹਦੇ ਆਪਣੇ ਇਲਾਵਾ। ਤੇ ਇਸ ਪਿੰਡ ਦੇ ਵਿੱਚ ਆਪਾਂ ਉਹ ਦੇਖਿਆ, ਉਹ ਉਸ ਤਰ੍ਹਾਂ ਦੀ ਆਈਡੀਓਲੋਜੀ, ਉਹ ਪੈਟਰੀਆਰਕਲ ਸੁਸਾਇਟੀ, ਉਹ ਉਸ ਤਰ੍ਹਾਂ ਦੇ ਸਾਰੇ ਟੈਬੂਜ਼ ਜੋ ਆਪਣੀ ਸੁਸਾਇਟੀ 'ਚ ਇਰਦ ਗਿਰਦ ਆਪਾਂ ਵੇਖਦੇ ਹਾਂ, ਜੋ ਇੱਕ ਮੈਨ ਮੇਡ ਸੋਸ਼ਲ ਨੋਰਮਸ ਨੇ, ਇੱਕ ਕਿਸ ਤਰ੍ਹਾਂ ਕਿਸ ਨਜ਼ਰ ਨਾਲ ਇੱਕ ਔਰਤ ਨੂੰ ਦੇਖਿਆ ਜਾਂਦਾ ਹੈ, ਕੀ ਉਹਦੇ ਹਕੂਕ ਹੈ। ਖਾਸ ਕਰ ਪਿੰਡਾਂ ਦੇ ਵਿੱਚ ਸਾਡੇ ਪੰਜਾਬ ਦੇ ਤੇ ਹਾਲ ਬਹੁਤ ਜ਼ਿਆਦਾ ਮਾੜਾ ਹੈ। ਇਸ ਤਰ੍ਹਾਂ ਹੀ ਕੁੜੀਆਂ ਬਿਹਾਰ ਤੋਂ ਵੀ ਲਿਆਈ ਜਾਂਦੀਆਂ, ਇਸ ਤਰ੍ਹਾਂ ਸਾਡੇ ਪਿੰਡ ਦੀ ਵੀ ਕੁੜੀਆਂ ਵੀ ਇੱਦਾਂ ਹੀ ਸਫਰ ਕਰਦੀਆਂ ਸਾਰੀ ਉਮਰ। ਇਹ ਸੈਂਟਰਲ ਥੀਮ ਲੈ ਕੇ ਆਪਾਂ ਇੱਕ ਸੋਸ਼ਲੀ ਰੈਲੇਵੈਂਟ ਮੈਸੇਜ ਇਸ ਫਿਲਮ ਲਈ ਦੇਣਾ ਚਾਹੁੰਦੇ ਸੀ। ਗੌਰਵ ਨੇ ਬਹੁਤ ਕਮਾਲ ਦਾ ਐਗਜ਼ੀਕਿਊਸ਼ਨ ਕੀਤਾ ਇਹਦੇ ਵਿੱਚ। ਕਿ ਪੰਕਜ ਜੀ ਨੇ ਜੋ ਰੋਲ ਕੀਤਾ, ਜੋ ਬਾਕੀ ਸਭ ਨੇ ਜੋ ਇਹਦੇ ਵਿੱਚ ਕਿਰਦਾਰ ਨਿਭਾਏ ਹੈ, ਤੁਹਾਨੂੰ ਬਿਲਕੁਲ ਜ਼ਮੀਨ ਦੇ ਨਾਲ ਜੁੜੇ ਹੋਏ ਉਹਦੇ ਵਿੱਚ ਪੰਜਾਬ ਦੀ ਖੁਸ਼ਬੂ ਆਊਗੀ। ਤੁਹਾਨੂੰ ਇਸ ਫਿਲਮ ਵਿੱਚ ਕੋਈ ਇੱਦਾਂ ਦਾ ਚੀਜ਼ ਨਹੀਂ ਲੱਗੀ ਕਿ ਬਣਾਵਟੀ ਜਾਂ ਕੋਈ ਇੱਕ ਵੀ ਡਾਇਲੌਗ ਜਿਹੜਾ ਕਿ ਤੁਸੀਂ ਸੁਣਦੇ ਨਹੀਂ ਹੋਗੇ ਆਲੇ ਦੁਆਲੇ, ਉੱਦਾਂ ਦਾ ਹੈ। ਤੇ ਬਾਕੀ ਦੀ ਗੱਲਾਂ ਇਹ ਸਾਰੇ ਕਰਨਗੇ ਜਿਹਨਾਂ ਨੇ ਬਣਾਈ ਫਿਲਮ, ਇਹਦੇ ਵਿੱਚ ਜੁੜੇ ਰਹੇ। ਆਈ ਜਸਟ ਵਾਂਟਡ ਟੂ ਸੇ ਦੈਟ ਦਿਸ ਇਜ਼ ਅ ਪਰਸਨਲ ਥਿੰਗ ਫॉर ਮੀ, ਬਿਕਾਜ਼ 14-15 ਸਾਲ ਪਹਿਲੇ ਜਦੋਂ ਆਪਾਂ ਡਰਾਮਾ ਖੇਡਿਆ ਸੀ, ਇਹ ਅੱਜ ਵੀ ਉਹਨਾਂ ਹੀ ਰੈਲੇਵੈਂਟ ਲੱਗਿਆ ਮੈਨੂੰ ਜਿੰਨਾ ਉਦੋਂ ਸੀ। ਤੇ ਆਸ ਸਾਡੀ ਇਹ ਹੈ ਕਿ ਦੇਖ ਕੇ ਇਹਦਾ ਮੈਸੇਜ ਦੇਖ ਕੇ ਦੁਨੀਆ ਬਾਰੇ ਕੁਝ ਚੇਂਜ ਜ਼ਰੂਰ ਆਊ। ਸਾਡੀ ਸੋਸਾਇਟੀ ਜੋ ਹੱਕ ਹਕੂਕ ਕੁੜੀਆਂ ਦੇ ਹੈਗੇ ਉਹ ਉਹਨਾਂ ਨੂੰ ਵਾਪਸ ਮਿਲੇ। ਥੈਂਕ ਯੂ। So the house is open for media interaction. Media अपने सवाल पूछ सकते हैं। Thank you. जिस तरह का स्क्रिप्ट ਸੀਗਾ ਉਸੇ ਤਰ੍ਹਾਂ ਜਿਵੇਂ ਉਹਦੇ ਤੇ ਢਲਣ ਦੀ ਪੂਰੀ ਕੋਸ਼ਿਸ਼ ਕੀਤੀ, ਕਿੰਨੀ ਕੁ ਮਿਹਨਤ ਲੱਗਿਆ ਤੁਹਾਨੂੰ ਉਸ ਕਿਰਦਾਰ 'ਚ? ਜੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣਾ ਰਵਿੰਦਰ ਜੀ ਨੂੰ, ਮੁਕੇਸ਼ ਜੀ ਨੂੰ, ਜਿਨ੍ਹਾਂ ਨੇ ਸਬਜੈਕਟ ਚੁਣਿਆ, ਇਹਦੇ ਉੱਤੇ ਫਿਲਮ ਬਣਾਈ। ਤੇ ਪੀਟੀਸੀ ਨੇ ਚੈਲੰਜ ਦੇ ਦਿੱਤਾ ਗੌਰਵ ਰਾਣਾ ਨੂੰ, ਗੌਰਵ ਰਾਣਾ ਨੇ ਚੈਲੰਜ ਦੇ ਦਿੱਤਾ ਆਪਣੀ ਪੂਰੀ ਟੀਮ ਨੂੰ, ਤੇ ਮੈਂ ਵੀ ਚੈਲੰਜ ਦੇ ਦਿੱਤਾ ਗੌਰਵ ਰਾਣਾ ਨੂੰ। ਕੀ ਚੈਲੰਜ ਦਿੱਤਾ ਸੀਗਾ? ਉਹ ਚੈਲੰਜ ਇਹ ਸੀਗਾ, जब ये फिल्म की शूटिंग शुरू हुई सी तो उस टाइम मैं बड़ा बिजी चल रहा सी, तेनालीराम मेरा शो चलता पाया सी। तो मैं इन्होंने मैनू कहा कि एक फिल्म करनी है, तो इन्होंने मैंने सब्जेक्ट सुनाया, सुन के मतलब मैं क्या कमाल हो गया। फिर मैं क्या टाइम बड़ा घट है इस तरह, तो इन्होंने कहा मैं सब करांगा। तो कैन यू बिलीव दिस, मेरा सारा काम इन्होंने 6 दिन के खत्म किया है, तो वो भी 2 टुकड़ियां।
मतलब मैं बॉम्बे तो रात की फ्लाइट फड़दा सी, दिल्ली पहुंचदा सी, दिल्ली तो गड्डी खलोती होंदी सी, उत्थों मैं सीधे गंगानगर पहुंचदा सीगा, सीधे पिंड जांदा सीगा, पिंड भी फ्रैश होने वास्ते सरपंच दे घर लैके जांदे सीगे, उस तो बाद शूटिंग शुरू कर देंदे सीगे। द एंटायर क्रेडिट गोज टू दिस मैन गौरव राणा एंड हिज वाइफ पल्लवी। ਇਹਨਾਂ ਦੋਨਾਂ ਨੇ ਇੰਨੀ ਮਿਹਨਤ ਕੀਤੀ ਹੈ। ਤੇ ਐਂਡ ਵਨ ਮੋਰ ਥਿੰਗ, ਮੈਂ ਆਪਣੇ ਕਰੈਕਟਰ ਬਾਰੇ ਗੱਲ ਕਰਨ ਤੋਂ ਪਹਿਲੇ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਕਾਸਟਿੰਗ ਸੈਂਸ ਬਹੁਤ ਚੰਗੀ ਹੈਗੀ ਹੈ। ਕਾਸਟਿੰਗ ਵਧੀਆ ਹੋਣਾ ਇਜ਼ ਵੈਰੀ ਵੈਰੀ ਇੰਪੋਰਟੈਂਟ ਥਿੰਗ ਫॉर ਐਨੀ ਕ੍ਰੀਏਟਿਵ ਵਰਕ। ਇਹਨਾਂ ਨੇ ਕਾਸਟਿੰਗ ਬਹੁਤ ਅੱਛੀ ਕੀਤੀ ਹੈ। ਸਾਰੇ ਜਿਹੜੇ ਕਿਰਦਾਰ ਹੈਗੇ ਨੇ, ਮੱਖਣ ਜੀ, ਧ੍ਰਿਤੀ, ਕਾਲੀ, ਨਵਦੀਪ, ਸੁਨੀਲ ਜੋਸ਼ੀ ਜੀ, ਐਵਰੀ ਕਰੈਕਟਰ ਇਹਨਾਂ ਨੇ ਚੁਣ ਚੁਣ ਕੇ ਲਿਖਤਾ ਹੈ। ਇਹ ਇਹਨਾਂ ਦੀ ਕਲਾਕਾਰੀ ਹੈਗੀ। ਬਾਕੀ ਰਿਹਾ ਬਿੰਗੜ ਦਾ ਸਵਾਲ, ਤੇ ਹਾਂ ਮੈਨੂੰ ਬਹੁਤ ਆਨੰਦ ਆਇਆ ਰੋਲ ਕਰਕੇ। ਬਹੁਤ ਮਿਹਨਤ ਕੀਤੀ, ਬਹੁਤ ਮਿਹਨਤ ਕਰਵਾਈ ਗਈ। ਕ੍ਰੈਡਿਟ ਗੋਜ਼ ਟੂ ਰਾਈਟਰਸ ਜਿਨ੍ਹਾਂ ਨੇ ਇੰਨਾ ਸੋਹਣਾ ਕਰੈਕਟਰ, ਇੰਨੀ ਸੋਹਣੀ ਫਿਲਮ ਲਿਖੀ ਹੈ। ਤੇ ਰਵਿੰਦਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਯੈਸ, ਆ ਜਿਹੜੀ ਫਿਲਮ ਬਿਲਕੁਲ ਜ਼ਮੀਨ ਦੇ ਨਾਲ ਜੁੜੀ ਹੋਈ ਫਿਲਮ ਲੱਗਦੀ ਹੈ। ਆ ਨਹੀਂ ਲੱਗਦਾ ਕਿ ਕੁਝ ਬਣਾਵਟੀ ਜਾਏਗਾ। ਬਹੁਤ ਆਈ ਡੋਂਟ ਨੋ, ਬਾਕੀ ਆਡੀਅנס ਦਾ ਰਿਐਕਸ਼ਨ ਆਏਗਾ ਤੇ ਫਿਰ ਪਤਾ ਚੱਲੇਗਾ। ਮੈਂ ਜਦ ਟ੍ਰੇਲਰ ਮੈਨੂੰ ਭੇਜਿਆ ਸੀਗਾ, ਮੈਂ ਪਾਇਆ, ਲੋਕਾਂ ਨੂੰ ਭੇਜਿਆ, ਉਹਦਾ ਤਾਂ ਰਿਸਪੌਂਸ ਬਹੁਤ ਸੋਹਣਾ ਆਇਆ। ਤੇ ਮੈਨੂੰ ਪੂਰੀ ਉਮੀਦ ਹੈਗੀ ਹੈ ਕਿ ਇਹ ਫਿਲਮ ਜਿਹੜੀ ਹੈਗੀ ਹੈ ਬਹੁਤ ਪਸੰਦ ਕਰਨਗੇ ਲੋਕ। ਤੇ ਇੱਕ ਡਿਫਰੈਂਟ ਜੀ ਫਿਲਮ ਹੈਗੀ ਹੈ, ਤੇ ਆਈ ਥਿੰਕ ਇੱਕ ਡਿਫਰੈਂਟ ਜੀ ਜਗ੍ਹਾ ਬਣਾਏਗੀ ਆਪਣੀ ਪੰਜਾਬੀ ਸਿਨੇਮਾ ਵਿੱਚ। ਤੇ ਨਾਲੇ ਨਾਲ ਮੈਂ ਹੋਪ ਕਰਦਾ ਕਿ ਮੈਨੂੰ ਅਲੱਗ ਕਿਸਮ ਦਾ ਪੰਜਾਬੀ ਸਿਨੇਮਾ ਕਰਨ ਦਾ ਮੌਕਾ ਵੀ ਮਿਲੇਗਾ। ਥੈਂਕ ਯੂ ਵੈਰੀ ਮਚ, ਗॉड ਬlesਸ ਯੂ ਆਲ। ਥੈਂਕ ਯੂ ਵੈਰੀ ਮਚ। ਬਾਕੀ ਕੋਈ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ? ਗੌਰਵ ਜੀ, ਤੁਹਾਨੂੰ ਲੱਗਦਾ ਕਿ ਪੀਟੀਸੀ ਨੈਟਵਰਕ ਦਾ ਜਿਹੜਾ ਇਨੀਸ਼ੀਏਟਿਵ ਹੈ, ਅਲੱਗ-ਅਲੱਗ ਜਨਰਸ ਤੇ ਜਿਹੜੇ ਸਬਜੈਕਟਸ ਹੈ ਉਹ ਲੈ ਕੇ ਆਉਂਦਾ ਹੈ, ਤੇ ਐਂਟਰਟੇਨਮੈਂਟ ਦਾ ਇੱਕ ਨਵਾਂ ਇੱਕ ਤਰੀਕਾ ਹੈ ਪੰਜਾਬ ਦੇ ਲੋਕਾਂ ਨੂੰ ਪਰੋਸਣ ਦਾ। ਕਈ ਚੀਜ਼ਾਂ ਲੋਕਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲਦੀਆਂ। ਸੋ ਡੂ ਯੂ ਥਿੰਕ ਦਿਸ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵ ਇਨ ਟਰਮਸ ਆਫ ਐਂਟਰਟੇਨਮੈਂਟ ਐਂਡ ਅ ਗੁੱਡ ਪਲੇਟਫਾਰਮ? ਜੀ ਡੈਫੀਨੇਟਲੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੋ ਜੈਦੀਪ ਜੀ ਦਾ ਸਵਾਲ ਹੈ ਉਹ ਬਿਲਕੁਲ ਸਹੀ ਹੈ, ਔਰ ਉਹਦਾ ਜਵਾਬ ਵੀ ਬਹੁਤ ਕਲੀਅਰ ਹੈ। ਜਦੋਂ ਕਮਰਸ਼ੀਅਲ ਸਿਨੇਮਾ ਬਣਦਾ ਹੈ ਤਾਂ ਉਹਦੇ 'ਤੇ ਪ੍ਰੈਸ਼ਰ ਹੁੰਦਾ ਹੈ ਰਿਕਵਰੀ ਦਾ, ਬਹੁਤ ਜ਼ਿਆਦਾ, ਮਤਲਬ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕਿ ਆਡੀਅנס ਨੂੰ ਖਿੱਚ ਕੇ ਪਹਿਲਾਂ ਤਾਂ ਥੀਏਟਰ ਤੱਕ ਲੈ ਕੇ ਆਓ, ਫਿਰ ਉਹਨਾਂ ਨੂੰ ਹੋਲਡ, ਉਸ ਆਡੀਅנס ਨੂੰ ਹੋਲਡ ਕਰਨ ਦਾ ਇੱਕ ਪ੍ਰੈਸ਼ਰ ਹੁੰਦਾ। ਉਹਦੇ ਚੱਕਰ 'ਚ ਨਾ ਕਈ ਵਾਰੀ ਉਹ ਨੰਬਰ ਗੇਮ ਦੇ ਵਿੱਚ ਫਸ ਜਾਂਦੇ ਨੇ। ਉਹਦੇ ਚੱਕਰ 'ਚ ਨਾ ਉਹ ਇਹੋ ਜਿਹਾ ਕੰਟੈਂਟ ਬਣਾਉਂਦੇ ਆ ਜਾਂ ਇਹੋ ਜਿਹੀ ਉਹਨਾਂ ਦੀ ਸੋਚ ਲਿਮਿਟਡ ਹੋ ਜਾਂਦੀ ਹੈ। ਇਹ ਚੱਲਦਾ ਹੈ, ਇਹ ਨਹੀਂ ਚੱਲਦਾ। ਫਾਰਮੂਲਾ ਫਿਲਮਸ ਜਿਹਨੂੰ ਕਹਿੰਦੇ ਹੈ ਨਾ, ਜਾਂ ਹਾਈ ਕਨਸੈਪਟਸ, ਕਿ ਯਾਰ ਇੱਦਾਂ ਦਾ ਕੋਈ ਕਨਸੈਪਟ ਦੇ ਦਈਏ ਕਿ ਲੋਕੀ ਥੀਏਟਰਾਂ ਤੱਕ ਖਿੱਚੇ ਚਲੇ ਜਾਣ। ਬਟ ਉਹਦੇ ਵਿੱਚ ਕਿਤੇ ਨਾ ਓਨੈਸਟੀ ਚਲੀ ਜਾਂਦੀ ਹੈ ਕਹਾਣੀ ਕਹਿਣ ਦੀ। ਸੋ ਜੋ ਪੀਟੀਸੀ ਨੇ ਜੋ ਪਲੇਟਫਾਰਮ ਦਿੱਤਾ ਸਾਨੂੰ, ਫਿਲਮ ਮੇਕਰਸ ਨੂੰ, ਐਕਟਰਸ ਨੂੰ, ਉਹਦੇ ਵਿੱਚ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਪੀਟੀਸੀ ਦੀ ਵਰਲਡ ਵਾਈਡ ਆਪਣੀ ਇੱਕ ਲਾਇਲ ਆਡੀਅנס ਹੈਗੀ ਹੈ। ਉਹਨਾਂ ਨੂੰ ਖਿੱਚ ਕੇ ਥੀਏਟਰ ਤੱਕ ਲੈ ਕੇ ਆਉਣ ਦਾ ਪ੍ਰੈਸ਼ਰ ਨਹੀਂ ਹੈਗਾ। ਸੋ ਤੁਸੀਂ ਕਹਾਣੀ ਨੂੰ ਪੂਰੀ ਇਮਾਨਦਾਰੀ ਨਾਲ, ਉਸ ਕਹਾਣੀ ਦੀ ਇੰਟੈਗ੍ਰਿਟੀ ਜਾਂ ਉਸ ਕਹਾਣੀ ਦਾ ਜੋ ਇਨੋਸੈਂਸ ਹੈ ਜਾਂ ਉਸ ਕਹਾਣੀ ਦੀ ਜੋ ਪਿਓਰਿਟੀ ਹੈ, ਉਹਨੂੰ ਇੰਟੈਕਟ ਰੱਖਦੇ ਹੋਏ ਤੁਸੀਂ ਕਹਾਣੀ ਕਹਿ ਸਕਦੇ ਹੋ। ਸੋ ਤੁਸੀਂ ਪ੍ਰੈਸ਼ਰ ਤੋਂ ਬਿਲਕੁਲ ਫ੍ਰੀ ਹੋ ਜਾਂਦੇ ਹੋ, ਔਰ ਤੁਸੀਂ ਓਨੈਸਟਲੀ ਉਹੀ ਕਹਾਣੀ ਕਹਿੰਦੇ ਹੋ ਜੋ ਐਕਚੁਅਲੀ ਤੁਸੀਂ ਕਹਿਣਾ ਚਾਹੁੰਦੇ ਹੋ। ਸੋ ਇਹ ਬਹੁਤ ਵੱਡੀ ਗੱਲ ਹੈ। ਔਰ ਜੀ ਮੈਂ ਪੀਟੀਸੀ ਨੂੰ ਮੁਬਾਰਕਬਾਦ ਵੀ ਦੇਣਾ ਚਾਹੂੰਗਾ। ਤੇ ਮੈਂ ਪਿਛਲੇ 2 ਸਾਲ ਤੋਂ ਪੀਟੀਸੀ ਦੇ ਨਾਲ ਐਸੋਸੀਏਟਡ ਹਾਂ। ਮੈਂ ਹਰ ਪਲੇਟਫਾਰਮ ਤੇ ਇਹੀ ਗੱਲ ਕਰਦਾ ਕਿ ਪੀਟੀਸੀ ਕਿਸੇ ਇੱਕ ਪਰਟੀਕੂਲਰ ਜਨਰ ਦੇ ਵਿੱਚ ਬੰਨਿਆ ਨਹੀਂ ਹੋਇਆ। ਪੀਟੀਸੀ ਕਹਾਣੀ ਦੇਖਦਾ ਹੈ। ਜੋ ਗੱਲ ਕਹਿਣੀ ਹੈ ਅੱਜ ਦੇ ਦੌਰ ਦੀ, ਜੋ ਰੈਲੇਵੈਂਟ ਕਹਾਣੀ ਹੈ, ਉਹ ਚਾਹੇ ਕਿਸੇ ਵੀ ਫੀਲਡ ਦੀ, ਕਿਸੇ ਵੀ ਕਮਿਊਨਿਟੀ ਦੀ ਹੋਵੇ, ਕਿਸੇ ਵੀ ਤਬਕੇ ਦੀ ਹੋਵੇ, ਓਨੈਸਟੀ ਨਾਲ ਕਹਾਣੀ ਕਹਿਣ ਲਈ ਜੋ ਪਲੇਟਫਾਰਮ ਚਾਹੀਦਾ ਹੁੰਦਾ ਹੈ ਉਹ ਪੀਟੀਸੀ ਪ੍ਰੋਵਾਈਡ ਕਰਦਾ ਸਾਨੂੰ। ਸੋ ਇਹੀ ਮੈਂ ਕਹੂੰਗਾ।
ਉਹ ਵੀ ਦੱਸੋ ਨਾ ਕਿੰਨੇ ਕਿਸ ਤਰ੍ਹਾਂ ਦੇ ਸਰਕਮਸਟੈਂਸਿਸ ਤੁਸੀਂ ਫਿਲਮ ਬਣਾਈ ਹੈ। ਮੇਰਾ ਸਵਾਲ ਮੂਵੀ ਦੀ ਐਕਟਰਸ ਨੂੰ ਹੈ ਕਿ ਇਸ ਫਿਲਮ ਦੇ ਉੱਤੇ ਇਦਾਂ ਦੇ ਸਬਜੈਕਟ ਦੇ ਉੱਤੇ ਫਿਲਮ ਕਰਨਾ ਕਿੰਨਾ ਕੁ ਤੁਹਾਨੂੰ ਹੋਮਵਰਕ ਕਰਨਾ ਪਿਆ ਇਸ ਕਿਰਦਾਰ ਲਈ, ਔਰ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਕਿ ਇਦਾਂ ਦੇ ਕਿਰਦਾਰ ਬਣਨੇ ਚਾਹੀਦੇ ਨੇ ਫਿਲਮਾਂ ਦੇ ਵਿੱਚ ਐਕਟਰਸ ਨੂੰ, ਫਿਲਮ ਐਕਟਰਸ। ਹਾਂਜੀ सत श्री अकाल जी। सबसे पहले मैं मुंबई में थी, गौरव सर ने मुझे बोला, मैंने ऑडिशन दिया और उसके बाद फिर सारा प्रोसेस स्टार्ट हुआ। बेसिकली मतलब मैं पंजाब से हूँ बट मैं इतने रूट से टच नहीं हूँ, तो इसलिए मुझे थोड़ी प्रॉब्लम थी। मैंने अपने डायलेक्ट पे वर्क किया, अपने एक्सेंट पे वर्क किया, अपने ऊपर वर्क किया, जैसे रूरल एरिया पे कैसे जाते हैं, वहाँ का लाइफस्टाइल क्या है, कैसे कल्चर है, वो सब समझा, सीखा, डांस सीखा बहुत। और फिर और उसके बाद फिर वो धीरे धीरे हर एक सीन के ऊपर कैसे काम कर सकते हैं, वो निकल कर कैसे अच्छे से आ सकता है, वो सर के साथ और मैम के साथ अच्छे से हुआ। आपको यू वांट अच्छा पंकज जी, मेरा सवाल तो इधर ऑन योर लेफ्ट सर, ऑन योर लेफ्ट दिस साइड। निखिल सर यूसुफ साहब ने, दिलीप साहब ने कहा कि आई हैव नेवर ओवर सोल्ड और ओवर एक्सपोज्ड माई सेल्फ। सो ਤੁਸੀਂ ਬੜਾ ਚੁਣਿੰਦਾ ਕੰਮ ਕੀਤਾ ਪਰ ਬਿਹਤਰੀਨ ਕੰਮ ਕੀਤਾ। ਉਹ ਬਿਹਤਰੀਨ ਕੰਮ ਦੀ ਫਹਿਰਿਸਤ ਵਿੱਚ ਇਹ ਕੰਮ ਵੀ ਐਡ ਹੋਏਗਾ ਤੇ ਉਹਦੇ ਕੀ ਕੀ ਕਾਰਨ ਹੋਣਗੇ? बेहतरीन काम की फहरिस्त विच ਇਹ ਵੀ ਗਿਣਿਆ ਜਾਏਗਾ, ਥੈਂਕ ਯੂ ਵੈਰੀ ਮਚ। ਉਹਦੇ ਕਾਰਨ ਹੈਗੇ ਨੇ ਪੀਟੀਸੀ, ਉਹਦਾ ਕਾਰਨ ਹੈਗਾ ਗੌਰਵ ਰਾਣਾ, ਉਹਦਾ ਕਾਰਨ ਹੈਗਾ ਰਾਈਟਰ, ਉਹਦਾ ਕਾਰਨ ਹੈਗਾ ਕਾਸਟ। ਤੇ ਅੱਛੇ ਕੰਮ ਕਰਨ ਵਾਸਤੇ ਬਿਕਾਜ਼ ਦ ਮੋਸਟ ਇੰਪੋਰਟੈਂਟ ਥਿੰਗ ਮੈਨੂੰ ਲੱਗਦਾ ਹੈਗਾ ਕਿ ਇੱਕ ਸਰਕਮਸਟੈਂਸਿਸ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਨੇ। ਪੀਟੀਸੀ ਨੇ ਸਰਕਮਸਟੈਂਸਿਸ ਦਿੱਤੇ ਗੌਰਵ ਰਾਣਾ ਜੀ ਨੂੰ, ਤੇ ਗੌਰਵ ਰਾਣਾ ਜੀ ਨੇ ਸਾਰੇ ਸਰਕਮਸਟੈਂਸਿਸ ਦਿੱਤੇ ਪੂਰੀ ਟੀਮ ਨੂੰ, ਤੇ ਨਾਲ ਇਹ ਵੀ ਕਿਹਾ ਕਿ ਆਪਾਂ ਮਿਲ ਜੁਲ ਕੇ ਬਹੁਤ ਸੋਹਣਾ ਕੰਮ ਕਰਨਾ ਹੈ, ਤੇ ਬਹੁਤ ਸੋਹਣਾ ਕੰਮ ਬਣ ਗਿਆ। ਸ਼ਾਇਦ ਸਾਰਿਆਂ ਦੀ ਆਤਮਾ ਮੈਨੂੰ ਲੱਗਦਾ ਇਸ ਫਿਲਮ 'ਚ ਜੁੜੀ ਹੋਈ ਸੀ ਨਾਲ, ਬੜੀ ਗਹਿਰਾਈ ਨਾਲ, ਬੜੀ ਗ੍ਰੈਵਿਟੀ ਨਾਲ ਇਹਦਾ ਕੰਮ ਕੀਤਾ ਗਿਆ। ਉਹ ਦਿਖਦਾ ਸੀਗਾ ਸੈੱਟ ਉੱਤੇ ਜੋ ਮਿਹਨਤ ਕੀਤੀ ਗਈ, ਬਿਕਾਜ਼ ਅਸੀਂ ਤਾਂ ਫਾਈਨਲ ਰਿਜ਼ਲਟ ਇੱਥੇ ਵੇਖ ਰਹੇ ਹਾਂ, ਇਹਦੇ ਪਿੱਛੇ ਜਿਹੜੀ ਮਿਹਨਤ ਸੀ ਉਹ ਬਹੁਤ ਕਮਾਲ ਦੀ ਸੀ। ਤੇ ਯਸ ਹਾਂ, ਮੈਂ ਖੁਦ ਪਰਸਨਲੀ ਵੀ ਇਹ ਚੀਜ਼ ਕਹਾਂਗਾ ਕਿ ਬਹੁਤ ਕੰਮ ਕੀਤਾ ਮੈਂ, ਬਹੁਤ 33-34 ਸਾਲਾਂ ਤੋਂ ਮੈਂ ਕੰਮ ਹੀ ਕਰ ਰਿਹਾ, ਬਹੁਤ ਕਿਰਦਾਰ ਨਿਭਾਏ। ਕੁਛ ਕਿਰਦਾਰ ਯਾਦਗਾਰ ਖੁਦ ਨੂੰ ਵੀ ਲੱਗਦੇ ਨੇ, ਤੇ ਇਹ ਵੀ ਉਹਦੇ ਵਿੱਚ ਇੱਕ ਹੋਏਗਾ, ਇਹ ਪੱਕੀ ਗੱਲ ਹੈ। ਤੇ ਬਾਕੀ ਰੱਬ ਹੈਗਾ, ਬਸ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ ਮਿਲਣਾ ਚਾਹੀਦਾ ਬਸ ਫਿਲਮ ਨੂੰ। ਫਿਰ ਕੁਝ ਐਕਸਪ੍ਰੈਸ਼ਨ ਸੇ ਲੱਗਿਆ ਕਿ ਲੈਸ ਇਜ਼ ਮੋਰ, ਉਥੇ ਜ਼ਿਆਦਾ ਕਰਨ ਦੀ ਲੋੜ ਨਹੀਂ ਪਈ। ਉਹ ਐਕਸਪ੍ਰੈਸ਼ਨ ਇੱਕ ਐਕਟਰ ਲਈ ਕਿੰਨਾ ਕੋ ਮੁਸ਼ਕਿਲ ਹੁੰਦਾ? बहुत ज़्यादा इम्पॉर्टेंट होता है, बहुत ज़्यादा इम्पॉर्टेंट होता है। हाउ यू आर एक्सप्रेसिंग, हाउ यू आर प्लेइंग, हाउ यू आर पोर्ट्रेइंग योर कैरेक्टर, बिकॉज वो डिपेंड करता है पर्सन टू पर्सन, एक्टर टू एक्टर, कितना तुसी गहराई नहीं जानते हो। वो मैं ਉਹਦੇ 'ਚ मतलब किसी एक्टर बारे हाँ मैं अपना कह सकता कि हाँ मैं अपने काम ਨੂੰ एंजॉय करता, शायद इस करके इस तरह का काम हो जाता कभी कभी। थैंक यू। सत श्री अकाल जी, मेरा क्वेश्चन गुरिंदर मखना सर को है। सर इस करैक्टर ਨਾਲ ਜੋੜਨ ਲਈ ਤੁਹਾਡੇ ਵੱਲੋਂ ਕਿੰਨੇ ਕੁ ਐਫਰਟਸ ਲੱਗੇ ਵੀ ਤੁਹਾਨੂੰ? थैंक यू। सब तो पहला शुक्रिया ते मुबारक पीटीसी इन्हां दे सारे जिन्ने भी हार्ड वर्कर्स ने जिन्होंने अज इस मुकाम तक DFFA लैके आए आ। इन्हां दी शुरुआती मेहनत तो अज तक बहुत सोहना प्लेटफॉर्म है। मेरी अपनी सोच के मुताबिक पीटीसी वो जौहरी है जिहड़ा कला दे हीरे नूं पछाणदा ते लोकां सामने परोसदा है। ते शुक्रिया सारी पीटीसी नूं। और जिहड़ी इस फिल्म दे नाल ताल्लुक है गल मेरी कास्टिंग गौरव राणा जी ते पल्लवी जी ने की सी।
मैं बड़ा शुक्रगुजार हाँ राणा साहब का सारी टीम का कि मैनू इन्ने सोहने चेहरे के नाल मिलाया। मैं जिहड़ी मेहनत की गल है, मैं अपने आप तो मेरा अपना सिख के उस्तादों तो अपने वड्डियां तो सारे सीनियर्स तो बाबा जी तो भी सीखते रहे हैं बेरी साहब तो मैं हमेशा जाके डायरैक्टर अगे समर्पण कर देना, टोटल आत्म समर्पण कर देना। मैनू कुछ नहीं आता, मैं जीरो मैं तुसीं जो कराउणा मैनू कराओ, मैनू सट्टा मार के ढाल दो, जिहड़ा रूप चाहुंदे हो ਉਹਦੇ करा ਦਿਓ। ਇਹਨਾਂ ਨੇ ਮੈਨੂੰ किरदार दस्या उस तरह कराया, किते गलती भी हुई तो इन्होंने उन्होंने समझौता चंगे तरीके नाल। सो मेहनत अद्धी हो जाती है जो अपना आप खाली करके जाइए किते, क्योंकि गिलास जे भरिया होवे ਉਹਦੇ ਚ पानी पावांगे तो फिर रुड़दा ही जाएगा, जे खाली होएगा तो पैंदा जाएगा। सो वो ये जो कई गए कराई गए, मैंने जिधर जिधर मोड़ी गए वो ऐनका लगियां होंदियां घोड़े दे, उस तरीके नाल असीं सिद्धे तुरदे गए। सो सारा इन्हां नूं क्रेडिट दिंदा। लास्ट क्वेश्चन जी सर प्लीज माइक दियो। हेलो सवेर का बैठा मैं फिल्में देख रहा, पहलियां फिल्मों की तारीफ करनी बनती है, खास तौर पर पिछली फिल्म से उड़ीक जोड़ा बजुर्ग का रोल से दास अमिताभ बच्चन रल के जो रोल नहीं कर सकते जिन्ना वधिया रोल उन्हें किया, लेकिन इस फिल्म बारे मैं थोड़ा जहा होर सोचता हाँ, क्योंकि एक तो फिल्म अद्धी तुसीं दिखाई है, हूँ अगे पता नहीं किस तरह का अंत होना, कि पहले डिस्कशन शुरू हो गई है। जी अद्धी फिल्म देखी है वो तो मेरा चंगा प्रभाव नहीं, एक तो यह है कि जिमें सीतो मर जानी, जे तुसीं सीतो जिउं जोगी रख देंगे नाम तो फिल्म का होर होना सी, हुण पता नहीं एंड तक किस तरह करना। लेकिन मैं समझदा विचारधारक पक्ष तो जे पैट्रीआर्क पता नहीं ये पैट्रीआर्की मजबूत कर दी है या तोड़ दी है, ये हुण पता नहीं एंड तक देखने तो पता लगेगा कि फ्यूडल वैल्यू सिस्टम तोड़ दी है या मजबूत कर दी है। लेकिन जिन्ने के डायलॉग और सीन है वो मतलब इन्नी नफरत है कि असीं परिवार से बैठ के नहीं देख सकते। और मैं समझदा तुसीं मेहनत ठीक है, वधिया कलाकार हो सकते अपने तो मेहनत बड़ी की, लेकिन विचारधारक तौर पर पक्ष तो देखिए तो हम साड़ी 50 साल पहले की सोच है, सोच साड़ी और साड़ी बहुत इमैंसिपेटेड हो गई, बहुत अगे चल गई है। हुण असीं आह किसान अंदोलन भी लड़ लिया, ਉਹਦੇ ਚ औरतों ने घरों में ट्रैक्टर भी चलाए है जी। ये मतलब औरत साड़ी मतलब वो 50 साल पुरानी 75 साल पुरानी औरत नहीं रहेगी। मैं कहना ये मेहनत साढ़े लेखे नहीं लगती जो तुसीं विचारधारक तौर पर नहीं विचारते, और इन्नी नफरत पैदा कर दी है। ਜਿਹੜੇ दो तुसीं वो सीन दिखाए है मर्दाना ताकत वाले, ऐ लगता कि जिवें मेरे को कूकियां वाली तोप हुंदी है तो मैं सारी कास्ट नूं उड़ा दिंदा फड़ के। ये साडी पंजाबी समाज दी देखण वाली फिल्म नहीं, ये प्रीमियर शो दिखाता। मेहरबानी करके अगे जो शो सारे बंद कर दिते जान जे इन्नी माड़ी फिल्म हैगी। शुक्रिया, धन्यवाद। जब भी कोई फिल्म ਅਸੀਂ ਦੇਖਦੇ ਹਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਜੀ ਸਰ I'm extremely happy that you are reacting this way. This is exactly the Same from me. Same from the audience to feel. ਤੁਸੀਂ ਸ਼ਹਿਰਾਂ ਏਸੀ ਕਮਰੇ 'ਚ ਬਹਿ ਕੇ ਸੁਣਦੇ ਹੋ ਸਾਰਾ ਪਿੰਡ ਠੀਕ ਹੋ ਗਿਆ, ਸਾਡਾ ਮੁਲਕ ਠੀਕ ਹੋ ਗਿਆ। ਕਦੇ ਤੇ ਮੇਰੇ ਨਾਲ ਚਲੋ ਬਿਹਾਰ, ਮੇਰੇ ਨਾਲ ਚਲੋ ਅਬੋਹਰ, ਮੇਰੇ ਨਾਲ ਚਲੋ ਤੁਸੀਂ ਜਗਰਾਉਂ ਤੋਂ ਥੋੜਾ 10 ਕਿਲੋਮੀਟਰ ਅੱਗੇ ਤੁਸੀਂ ਦੇਖੋ ਔਰਤਾਂ ਦਾ ਕੀ ਹਾਲ ਹੈ, ਪਿੰਡਾਂ ਦਾ ਕੀ ਹਾਲ ਹੈ, ਕਿਸਾਨਾਂ ਦਾ ਕੀ ਹਾਲ ਹੈ, ਗਰੀਬਾਂ ਦਾ ਕੀ ਹਾਲ ਹੈ। ਜਦੋਂ ਪੈਨਸ਼ਨ ਤੇ ਸਾਈਨ ਕਰਾਉਣ ਸਰਪੰਚ ਦੇ ਕੋਲ ਜਾਂਦਾ ਨਾ ਗਰੀਬ, ਉਹ ਕਹਿੰਦਾ ਪਹਿਲਾਂ ਮੇਰੀ ਮੱਝਾਂ ਸਾਫ਼ ਕਰ, ਇਹ ਗੋਹਾ ਕੂੜਾ ਚੱਕ ਲੈ, ਫਿਰ ਤੇਰਾ ਸਾਈਨ ਕਰਾਂਗਾ ਮੈਂ ਪੇਪਰ। ਇਸ ਮੁਲਕ ਵਿੱਚ ਆਪਾਂ ਜੀ ਰਹੇ ਹਾਂ। ਮੈਂ ਬਹੁਤ ਖੁਸ਼ੀ ਹੈ ਕਿ ਤੁਹਾਡੇ ਇਹ ਰਿਐਕਸ਼ਨ ਹੈ, ਤੁਹਾਨੂੰ ਬਹੁਤ ਮਾਣ ਲੱਗਿਆ। You wait and watch the whole film. It will destroy every myth, every feudal system and every man created law that you have been witnessing in our society. This film destroys all of it. Wait and see it. Thank you. चंगी गल है तुसीं क्या, क्योंकि मैं खुद एक्टर सां, मैं भी उत्थे बैठा सां ते मैं पंकज बैरी सर वाल वेख रहा जदों कुड़ी नाल सीन चल रहा सी। भावें मेरे इत्थे साडा समाज इस तरह दा कि सूरतां वेखदे आ इत्थे ते सूरतां मुताबक मैनूं भी इहो ਜਿਹੇ रोल करने पैंदे आ, पर उदों मेरे मन च भी इहो रोसा आ रहा सी, पर मैं शुक्र कर रहा सां उस हकीम दा। सो अगे तुसीं सारी फिल्म वेखोगे तो तुहानूं पता लग जाएगा कि असल सच की है कहानी। एक चंगी गल है, बुरी लगी है, दा मतलब फिल्म संदेश दे रही है। जी जी बिल्कुल। थैंक यू सो मच स्टारकास्ट ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਤੇ ਹੁਣ ਇੰਟਰਵਲ ਤੋਂ ਬਾਅਦ ਦੀ ਫਿਲਮ ਵੀ ਦਿਖਾ ਦਿੰਦੇ ਆ ਜਲਦੀ ਜਲਦੀ। ਥੈਂਕ ਯੂ ਸੋ ਮਚ।